ਜਿਹੜੀਆਂ ਚੱਲਦੀਆਂ ਹੁਣ? ਇਹ ਦਰਅਸਲ ਕੀ ਹੈ ਕਿ ਇਹ ਬਠਿੰਡਾ ਕੋਵਿਡ ਕੇਅਰ ਜਿਹੜਾ ਸੈਂਟਰ ਹੈ, ਇਹ ਕੋਈ 23-24 ਜਿਹੜੀਆਂ ਲੋਕਲ ਸੰਸਥਾਵਾਂ ਹੈ ਇਹਨਾਂ ਦਾ ਉਪਰਾਲਾ ਹੈਗਾ। ਅਸੀਂ ਅੱਜ ਤੋਂ ਹਫ਼ਤਾ 8 ਦਿਨ ਪਹਿਲਾਂ ਸਾਰਿਆਂ ਨੇ ਜਿਹੜੇ ਬੈਠ ਕੇ, ਕੋਈ 10 ਕੁ ਦਿਨ ਹੋ ਗਏ ਸੌਰੀ, ਇਹ ਸਾਰਿਆਂ ਨੇ NGOs ਨਾਲ ਮੀਟਿੰਗ ਹੋਈ। ਸਭ ਤੋਂ ਪਹਿਲਾਂ ਤਾਂ ਜਿਹੜਾ ਪਹਿਲਾ ਸੀਗਾ ਕਿ ਕਈ ਵਾਰਡਸ ਦੇ ਵਿੱਚ ਉਹਦੇ ਵਿੱਚ ਕੀ ਸੀਗਾ ਕਿ ਪੇਸ਼ੈਂਟਸ ਬਾਰੇ ਆ ਰਹੇ ਸੀ ਪਰ ਉਹ ਰਿਪੋਰਟਿੰਗ ਨਹੀਂ ਸੀ ਕਰ ਰਹੇ, ਉਹ ਲੈਵਲ 1 ਦੇ ਸੀਗੇ। ਅਸੀਂ ਮੀਟਿੰਗਸ ਕੀਤੀਆਂ ਵੀ ਆਪਾਂ ਸੈਕਟਰ ਵਾਈਜ਼ ਏਰੀਆ ਵੰਡ ਲਈਏ। ਸਾਡੇ ਕੁਛ MCs ਨੂੰ ਵੀ ਡਿਊਟੀ ਲਗਾਈ। ਕੁਛ ਪ੍ਰੋਬਲਮਸ ਪਹਿਲਾਂ ਕਿੱਥੇ ਆਈਆਂ ਕਿ ਜਿਹੜੀ ਫਤਿਹ ਕਿੱਟ ਹੈ ਉਹ ਆਸ਼ਾ ਵਰਕਰਸ ਤੋਂ ਘਰਾਂ 'ਚ ਹਫ਼ਤਾ ਲੇਟ ਪਹੁੰਚ ਰਹੀਆਂ ਸੀਗੀਆਂ। ਉਹ ਲੋਕਾਂ ਦੇ ਸਾਨੂੰ ਫੋਨ ਆ ਰਹੇ ਸੀ, ਅਸੀਂ ਪਹਿਲਾਂ ਉਹਦੀ ਡਿਲੀਵਰੀ ਨੂੰ ਠੀਕ ਕੀਤਾ ਕਿ ਇਮੀਡੀਏਟਲੀ ਜੇ ਕੋਈ ਪੇਸ਼ੈਂਟ ਆਏ ਤਾਂ ਵੱਧ ਤੋਂ ਵੱਧ 1 ਦਿਨ ਦੇ ਅੰਦਰ ਉਹਨਾਂ ਕੋਲ ਫਤਿਹ ਕਿੱਟ ਪਹੁੰਚ ਜੇ। ਫਿਰ ਅਸੀਂ ਇਹ ਮੀਟਿੰਗ ਕੀਤੀ। ਸਭ ਤੋਂ ਪਹਿਲਾਂ ਜਿਹੜਾ ਇਹ ਸੁਜੈਸ਼ਨ ਸੀ, ਅਤੇ ਮੈਂ ਕਹਿਣਾ ਚਾਹੁੰਦਾ ਇੱਥੇ ਆਰਟ ਆਫ ਲਿਵਿੰਗ ਵਾਲੇ ਸਤੀਸ਼ ਜੀ, ਉਹਨਾਂ ਨੇ ਕਿਹਾ ਕਿ ਆਪਾਂ MSD ਸਕੂਲ ਦੇ ਵਿੱਚ ਆਪਾਂ 100 ਬੈੱਡ ਦਾ ਇੱਕ ਫ੍ਰੀ ਆਪਾਂ ਇਹ ਕਰੀਏ, ਕਿਉਂਕਿ ਇਹ ਵਧਣਾ ਵੀ ਬਹੁਤ ਹੈ। ਇਹ 'ਚ ਗਰੀਬ ਬੰਦੇ ਤੋਂ ਇਹਦੇ 'ਤੇ ਨਹੀਂ ਪੂਰਾ ਆਇਆ ਜਾਣਾ, ਕਿਉਂਕਿ ਲੈਵਲ 1 ਤਾਂ ਠੀਕ ਹੈ, ਲੈਵਲ 2 ਅਤੇ ਲੈਵਲ 3 ਦੇ ਵਿਚਾਰਾਂ ਦਾ ਖਰਚਾ ਬਹੁਤ ਹੋ ਰਿਹਾ। ਸੋ ਅਸੀਂ ਇਹ ਪ੍ਰੀਲਿਮਿਨਰੀ ਮੀਟਿੰਗ ਸ਼ੁਰੂ ਕਰਤੀਆਂ। ਉਹ 'ਚ ਸਾਰੀਆਂ ਸੰਸਥਾਵਾਂ ਸੀ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲਾ ਅਸੀਂ ਸੀਗੇ, ਮੈਂ ਤੁਹਾਨੂੰ ਇਹ ਸਾਰੀ ਸੰਸਥਾਵਾਂ ਦੇ ਨਾਮ ਪੜ੍ਹ ਦਿੰਦਾ। ਆਰਟ ਆਫ ਲਿਵਿੰਗ, ਸਮਰਪਣ, ਨੌਜਵਾਨ, ਸਹਾਰਾ ਜਨ ਸੇਵਾ, ਯੰਗ ਬਲੱਡ, ਆਦਰਸ਼, ਬਠਿੰਡਾ ਵਿਕਾਸ ਮੰਚ, ਸ਼੍ਰੀ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ, ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ, ਆਸਰਾ, ਸਹਿਯੋਗ, ਜੈ ਅੰਬੇ, ਸਾਥੀ ਵੈਲਫੇਅਰ, ਚੰਸਰ ਨਗਰ, ਗੁਰੂ ਸੇਵਾ ਵੈਲਫੇਅਰ ਸੁਸਾਇਟੀ, ਸ਼੍ਰੀ ਸਾਈ ਸੇਵਾ ਦਲ, ਸ਼੍ਰੀ ਹਨੂੰਮਨ ਸੇਵਾ ਸਮਿਤੀ, ਤ੍ਰਿਮੂਰਤੀ ਸ਼ਿਵ ਜਾਗਰਣ ਸੇਵਾ ਸਮਿਤੀ, ਗਣੇਸ਼ ਵੈਲਫੇਅਰ ਸੁਸਾਇਟੀ, ਅਗਰਵਾਲ ਮਹਾਸਭਾ, SST ਸਭਾ, ਸਿਵਲ ਲਾਈਨਸ ਕਲੱਬ ਬਠਿੰਡਾ। ਗੁਰਪ੍ਰੀਤ ਆਰਟਿਸਟ ਜੀ ਨਾਲ ਗੱਲ ਹੋਈ, ਉਹਨਾਂ ਨੇ ਵੀ ਆਪਦੀ ਇਨਪੁਟ ਦਿੱਤੀ ਹੈਗੀ ਹੈ। ਬਠਿੰਡਾ ਦੀ ਅਸੀਂ ਹੁਣ ਬਾਰ ਐਸੋਸੀਏਸ਼ਨ ਵਾਲਿਆਂ ਵੀ ਗੱਲ ਹੋਈ ਸੀ, ਕਹਿੰਦੇ ਅਸੀਂ ਵੀ ਤਿਆਰ ਹੈਗੇ। ਸੋ ਮੇਰਾ ਕਹਿਣ ਦਾ ਮਤਲਬ ਇਹ ਸਾਰੇ ਜਾਣੇ ਇੱਕੋ ਅੰਬਰੇਲਾ ਥੱਲੇ ਆ ਗਏ। ਇਹ 'ਚ ਕੋਈ ਉਹ ਮੈਂ ਤੁਹਾਨੂੰ ਦੱਸਦਾ। ਤੁਸੀਂ ਧਿਆਨ ਨਾਲ ਇਹਦੇ ਵੱਲ ਦੇਖੋ ਕਿ ਕਿਤੇ ਤੁਹਾਨੂੰ ਕਾਂਗਰਸ ਪਾਰਟੀ ਦਾ ਲੋਗੋ ਨਹੀਂ ਦਿਖੂਗਾ, ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਦਾ ਨਾਮ ਨਹੀਂ ਹੋਊਗਾ, MLA ਮਨਪ੍ਰੀਤ ਸਿੰਘ ਬਾਦਲ ਦਾ ਤੁਹਾਨੂੰ ਇਹ 'ਚ ਨਾਮ ਨਹੀਂ ਮਿਲੂਗਾ। ਹਾਲਾਂਕਿ ਇਹ 'ਚ FM ਸਾਹਿਬ ਨੇ 30 ਲੱਖ ਰੁਪਇਆ ਕਿਹਾ ਵੀ ਇਹ ਕੋਵਿਡ ਕੇਅਰ ਸੈਂਟਰ। ਜੇ ਤੁਸੀਂ ਧਿਆਨ ਨਾਲ ਦੇਖੋ, ਇਹਦੀ ਥੋੜ੍ਹਾ ਵੀਡੀਓ ਇੱਧਰ ਕਰੋ ਕੈਮਰਾ ਨੂੰ, ਸੌਰੀ। ਇਹ ਫਿਲਹਾਲ 20 ਬੈੱਡਸ ਦਾ ਆਕਸੀਜਨ ਦੀ ਪਾਈਪਿੰਗ ਅਸੀਂ ਕਰਾਤੀ। ਇਹਦੀ ਸ਼ੁਰੂਆਤ ਹੋ ਰਹੀ ਹੈ, ਹਜੇ ਸਫਾਈ ਵਗੈਰਾ ਸਾਰਾ ਕੁਛ ਇਹਨੂੰ ਠੀਕ ਕਰ ਰਹੇ। ਅੱਛਾ, ਟੋਟਲ 20 ਬੈੱਡ ਹੈ ਜਿਹੜੇ 25 ਬੈੱਡ ਨਾਲ ਸ਼ੁਰੂ ਕਰ ਰਹੇ ਹਾਂ ਅਸੀਂ ਇਨੀਸ਼ਲੀ, ਅਤੇ ਬਿਲਕੁਲ ਫ੍ਰੀ ਆਫ ਕਾਸਟ ਹੋਊਗਾ। ਪੇਸ਼ੈਂਟ ਨੂੰ ਘਰੋਂ ਲੈ ਕੇ ਆਉਣਾ ਐਂਬੂਲੈਂਸ ਦੇ ਵਿੱਚ। ਇੱਥੇ ਲੈਵਲ 2 ਦੀ ਫੈਸਿਲਿਟੀ ਹੈ, ਸਿਰਫ ਲੈਵਲ 2 ਦੀ, ਲੈਵਲ 3 ਨਹੀਂ। ਲੈਵਲ 2 ਦੇ ਵਿੱਚ ਆਕਸੀਜਨ ਉਹਨੂੰ ਪ੍ਰੋਵਾਈਡ ਕੀਤੀ ਜਾਊਗੀ, ਉਹਦੀਆਂ ਦਵਾਈਆਂ, ਉਹਨਾਂ ਦੇ ਲੈਬ ਦੇ ਟੈਸਟ, ਉਹਨਾਂ ਦੀ CT ਸਕੈਨ, ਜੋ ਵੀ ਹੈ ਉਹ ਬਿਲਕੁਲ ਉਹ ਫ੍ਰੀ ਉਹਦਾ ਇਲਾਜ ਕੀਤਾ ਜਾਊਗਾ। ਇਹਦੇ 'ਚ ਹਰ ਇੱਕ ਸੰਸਥਾ ਨੇ, ਹਰ ਇੱਕ NGO ਨੇ ਆਪਦਾ ਰੋਗ, ਆਪਦਾ ਯੋਗ ਉਹ ਡਿਊਟੀ ਉਹ ਨਿਭਾ ਰਹੇ ਹੈ। ਉਹਦੇ 'ਚ ਕੋਈ ਮੈਟਰਸਿਸ ਲੈ ਕੇ ਆ ਰਿਹਾ, ਕੋਈ ਦਵਾਈਆਂ ਲੈ ਕੇ ਆ ਰਿਹਾ, ਕਿਸੇ ਨੂੰ ਫਾਰਮੇਸੀ ਦਾ ਇੰਚਾਰਜ ਬਣਾਇਆ, ਕਿਸੇ ਨੂੰ ਸਫਾਈ ਦਾ ਇੰਚਾਰਜ ਬਣਾਇਆ, ਕਿਸੇ ਨੂੰ ਖਾਣੇ ਦਾ। ਹੁਣ ਖਾਣੇ ਦਾ ਡੇਰਾ ਸੱਚਾ ਸੌਦਾ ਵਾਲਿਆਂ ਨੇ ਕਿਹਾ ਕਿ ਅਸੀਂ ਪੇਸ਼ੈਂਟਸ ਨੂੰ ਬਿਲਕੁਲ ਫ੍ਰੀ ਖਾਣਾ ਦੇਵਾਂਗੇ। ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਸਾਡਾ ਚਾਹੇ ਨਾਮ ਪਾਉਣਾ ਪਾਓ, ਸਾਨੂੰ ਕੋਈ ਨਾਮ ਨਾਲ ਨਹੀਂ, ਅਸੀਂ ਸੇਵਾ ਕਰਨੀ ਹੈ। ਢਾਬਾ ਐਸੋਸੀਏਸ਼ਨ ਅਤੇ ਰੈਸਟੋਰੈਂਟ ਐਸੋਸੀਏਸ਼ਨ ਅਤੇ ਹੋਟਲ ਐਸੋਸੀਏਸ਼ਨ ਦੀ ਬਠਿੰਡੇ ਦੀ, ਉਹਨਾਂ ਨੇ ਕਹਿ ਤਾ ਵੀ ਜਿੰਨੇ ਵੀ ਅਟੈਂਡੈਂਟ ਹੈ ਪੇਸ਼ੈਂਟਸ ਦੇ ਆਉਣਗੇ, ਅਸੀਂ ਬਿਲਕੁਲ ਉਹਨਾਂ ਨੂੰ ਫ੍ਰੀ ਖਾਣਾ ਦੇਵਾਂਗੇ। ਸੋ ਮੈਂ ਇਹਨਾਂ ਦੋਨਾਂ ਦਾ ਬੜਾ ਧੰਨਵਾਦੀ ਹਾਂ। ਕੋਈ ਸੰਸਥਾ ਪਾਣੀ ਲਈ ਇੱਥੇ ਕਰਨਗੇ, ਕਿਸੇ ਨੂੰ ਅਸੀਂ ਬਾਇਓਮੈਡੀਕਲ ਵੇਸਟ ਦੀ ਡਿਊਟੀ ਲਾਈ ਹੈ ਕਿ ਜਿਹੜੇ ਪੇਸ਼ੈਂਟਸ ਦਾ ਵੇਸਟ ਇਕੱਠਾ ਹੋਊਗਾ ਉਹਨੂੰ ਡਿਸਪੋਜ਼ ਕਰਨਾ। ਇੱਥੇ ਡਾਕਟਰਸ ਹਾਇਰ ਕਰ ਲਏ ਅਸੀਂ, MBBS 4-5 MBBS ਡਾਕਟਰਸ ਹਾਇਰ ਕਰ ਲਏ, ਨਰਸਿਸ, ਪੈਰਾਮੈਡੀਕਲ ਸਟਾਫ, BMS ਡਾਕਟਰਸ, ਅਤੇ ਖਾਸ ਕਰਕੇ ਜਿਹੜੇ RMP ਡਾਕਟਰਸ ਦੀ ਐਸੋਸੀਏਸ਼ਨ ਹੈ ਸਾਰੇ ਬਠਿੰਡੇ ਦੀ, ਉਹਨਾਂ ਨਾਲ ਅੱਜ ਮੀਟਿੰਗ ਹੋਈ। ਉਹਨਾਂ ਨੇ ਕਿਹਾ ਅਸੀਂ ਕੋਈ ਪੈਸਾ ਨਹੀਂ ਲੈਣਾ, ਅਸੀਂ ਬਿਲਕੁਲ ਫ੍ਰੀ ਸੇਵਾ ਕਰਾਂਗੇ, ਕਿਉਂਕਿ ਹਰ ਇੱਕ ਮੁਹੱਲੇ ਦੇ ਵਿੱਚ, ਖਾਸ ਕਰ ਗਰੀਬ ਮੁਹੱਲਿਆਂ ਵਿੱਚ ਜਿਹੜੇ RMP ਡਾਕਟਰਸ ਬੈਠੇ ਹੈ, ਉੱਥੇ ਪੇਸ਼ੈਂਟਸ ਦਾ ਬੜਾ ਕੌਨਫੀਡੈਂਸ ਹੁੰਦਾ ਉਹਨਾਂ ਡਾਕਟਰਸ ਦੇ ਨਾਲ, ਸਾਈਕੋਲੋਜੀਕਲੀ ਬੜਾ ਇਫੈਕਟ ਹੁੰਦਾ। ਉਹਨਾਂ ਨੇ ਇਹ ਜ਼ਿੰਮੇਵਾਰੀ ਲਿੱਤੀ ਸੀ ਕਿ ਪੇਸ਼ੈਂਟ ਨੂੰ ਪਹਿਲਾਂ ਲੈਵਲ 1 'ਤੇ ਟਰੀਟ ਕਰਾਂਗੇ, ਜਦੋਂ ਲੈਵਲ 2 'ਤੇ ਆਇਆ ਸੀ ਨਾਲ ਐਂਬੂਲੈਂਸ 'ਤੇ ਇੱਥੇ ਪੇਸ਼ੈਂਟ ਨੂੰ ਛੱਡ ਕੇ ਜਾਵਾਂਗੇ। ਉਹਨੂੰ ਬਿਲਕੁਲ ਫ੍ਰੀ ਇਹ RMP ਡਾਕਟਰਸ ਐਸੋਸੀਏਸ਼ਨ ਨੇ ਕਿਹਾ। ਸੋ ਇਹਦਾ ਅਸੀਂ ਬੜੇ ਉਹਨਾਂ ਦੇ ਧੰਨਵਾਦੀ ਹਾਂ। ਇਹਦੇ ਜਿਹੜੀ ਲੋਕਲ ਤੁਹਾਨੂੰ ਪਤਾ ਹੀ ਹੋਣਾ ਕਿ ਬੜੀ ਚਰਚਾ ਚੱਲ ਰਹੀ ਹੈ ਲੋਕਲ ਪ੍ਰੈਸ ਦੇ ਵਿੱਚ ਕਿ ਜੀ 1-2 ਸੰਸਥਾਵਾਂ ਨੂੰ
ਪਰਮਿਸ਼ਨ ਨਹੀਂ ਦੇ ਰਹੇ ਤੇ ਉਹ 'ਚ ਕਾਂਗਰਸ ਪਾਰਟੀ ਦਾ ਕੋਈ ਰੋਲ ਹੈ, ਇਹ ਬਿਲਕੁਲ ਗਲਤ ਗੱਲ ਹੈ। ਸਾਡੀਆਂ ਮੀਟਿੰਗਸ ਇਕੱਠਿਆਂ ਦੀਆਂ ਹੋਈਆਂ, ਅਸੀਂ ਇਕੱਠਿਆਂ ਨੇ ਫੈਸਲਾ ਕੀਤਾ ਸੀ। ਅੱਜ ਜਿੰਨੇ ਸੰਸਥਾਵਾਂ ਅਸੀਂ ਇਕੱਠੇ ਨੇ ਫੈਸਲਾ ਕੀਤਾ ਕਿ ਇਹ ਉਪਰਾਲਾ ਕੀਤਾ ਜਾਵੇ ਤੇ ਇੱਕੋ ਅੰਬਰੈਲਾ ਥੱਲੇ ਕੀਤਾ ਜਾਵੇ। ਜੇ ਉਹਨਾਂ ਨੇ ਅੱਡ ਹੋ ਕੇ ਆਈਡੀਆ ਆਰਟ ਆਫ ਲਿਵਿੰਗ ਦਾ ਸੀ ਤੇ ਸਾਡਾ ਸੀ, ਉਹ ਆਈਡੀਆ ਜੋ ਕਹਿੰਦੇ ਵੀ ਹੁਣ ਅਸੀਂ ਇਹਨੂੰ ਇੰਪਲੀਮੈਂਟ ਕਰਨਾ 5 ਦਿਨ ਬਾਅਦ, ਉਹਨਾਂ ਦੀ ਮਰਜ਼ੀ ਹੈ। ਇਹ ਸਾਰਾ ਕੁਝ ਇੱਕੋ ਚੀਜ਼ 'ਤੇ ਨਿਰਭਰ ਹੈ, ਉਹ ਹੈ ਆਕਸੀਜਨ। ਅੱਜ 10 ਸੰਸਥਾਵਾਂ ਨੂੰ ਪਰਮਿਸ਼ਨ ਨਹੀਂ ਮਿਲੀ, ਸਾਨੂੰ ਵੀ ਨਹੀਂ ਮਿਲੀ ਅਜੇ ਤੱਕ। ਤੁਸੀਂ ਇਹ ਦੇਖੋ ਕਿ ਅਸੀਂ ਤਿਆਰੀ ਕਰ ਲਈ ਹੈ, ਆਕਸੀਜਨ ਦੀ ਅਵੇਲੇਬਿਲਿਟੀ ਦਾ ਕੰਮ ਸ਼ੁਰੂ ਕਰਨਾ, ਸਾਰਿਆਂ ਨੂੰ ਹਾਇਰ ਕਰ ਲਿਆ ਤੇ ਸਾਨੂੰ ਉਮੀਦ ਹੈ ਵੀ 3 ਦਿਨਾਂ ਦੇ ਵਿੱਚ ਜੇ ਆਕਸੀਜਨ ਦੀ ਠੀਕ ਹੋ ਗਈ। ਇਹ ਪਹਿਲਾਂ ਮੈਂ ਥੋੜ੍ਹਾ ਲੰਬਾ ਲੈ ਗਿਆ, ਸਿਰਫ 9 ਕੋਵਿਡ ਸੈਂਟਰ ਖੁੱਲ੍ਹੇ ਸੀ ਬਠਿੰਡੇ ਵਿੱਚ, ਬਿਲਕੁਲ 9, ਅੱਜ 47 ਹੋ ਗਏ, 10 ਨੇ ਹੋਰ ਅਪਲਾਈ ਕਰਤਾ ਬਠਿੰਡੇ ਦੇ ਵਿੱਚ। ਆਕਸੀਜਨ ਤਾਂ ਓਨੀ ਹੀ ਹੋਣੀ ਹੈ, 1% ਵੀ ਇੱਕ ਐਮਟੀ ਨਹੀਂ ਇੱਥੇ ਸਪਲਾਈ ਵਧੀ। ਸੋ ਜਿੱਥੇ ਸਾਡੀ ਐਪਲੀਕੇਸ਼ਨ ਪੈਂਡਿੰਗ ਹੈ ਜਾਂ ਕਿਸ਼ੋਰੀ ਰਾਮ ਹਸਪੀਟਲ ਦੀ ਪੈਂਡਿੰਗ ਹੈ, ਉੱਥੇ 10 ਦੀ ਹੋਰ ਪੈਂਡਿੰਗ ਪਈ ਹੈ। ਇਹ ਕਹਿਣਾ ਦੂਜੀ ਪਾਰਟੀ ਨੂੰ ਮੁੱਦਾ ਬਣਾ ਰਹੇ ਆ, ਕੋਈ ਗੱਲ ਨਹੀਂ, ਉਹਨਾਂ ਨੂੰ ਬਣਾ ਲੈਣ ਦਿਓ, ਉਹਨਾਂ ਦੀ ਮਰਜ਼ੀ ਹੈ। ਬਟ ਇਹ ਆਕਸੀਜਨ ਅਵੇਲੇਬਿਲਿਟੀ 'ਤੇ ਅਸੀਂ ਤਾਂ ਮੈਂ ਅੱਜ ਸਾਰੇ ਐਨਜੀਓਜ਼ ਨੂੰ ਕਿਹਾ ਕਿ 23 ਦੇ 23 ਤੁਸੀਂ 50-50 ਬੈੱਡ ਦਾ ਖੋਲ੍ਹ ਲਓ, ਅਸੀਂ ਸਪੋਰਟ ਕਰਾਂਗੇ। ਜੇ ਤੁਹਾਨੂੰ ਆਕਸੀਜਨ ਮਿਲਦੀ ਹੈ ਸਾਰੇ ਆਪਦਾ ਪ੍ਰਾਈਵੇਟ ਖੋਲ੍ਹ ਲਓ। ਜਿਹੜਾ ਫ੍ਰੀ ਕੌਣ ਰੋਕਦਾ ਜੀ ਫ੍ਰੀ ਨੂੰ? ਕਿੰਨਾ ਸਰਕਾਰ 'ਤੇ ਬੋਝ ਘਟਦਾ ਜੇ ਫ੍ਰੀ ਇਲਾਜ ਸਾਰੇ ਐਨਜੀਓਜ਼ ਕਰ ਸਕਣ। ਸੋ ਇਹ ਬਿਲਕੁਲ ਇਹ ਬੇਬੁਨਿਆਦ, ਬਿਲਕੁਲ ਗਲਤ ਬਿਆਨਬਾਜ਼ੀ ਹੋ ਰਹੀ ਹੈ। ਕੋਈ ਲੀਡਰ ਚਿੱਠੀਆਂ ਲਿਖੀ ਜਾਂਦੇ ਹੈ, ਕੋਈ ਔਨਲਾਈਨ ਹੋਈ ਜਾ ਰਹੇ ਹੈ। ਇਹ ਮੈਂ ਫੈਕਟਸ ਨਾਲ ਗੱਲ ਕਰ ਰਿਹਾ ਅਤੇ ਇਹ 'ਚ ਕੋਈ ਬਿਲਕੁਲ ਇੱਕ ਚੀਜ਼ ਫੈਕਟਸ ਨਾਲ ਹੈ। ਅਤੇ ਲਾਸਟਲੀ ਜਿਹੜੀ ਓਵਰ ਚਾਰਜਿੰਗ ਹੋ ਰਹੀ ਹੈ, ਇਹਦੇ 'ਚ FM ਸਾਹਿਬ ਨੇ ਅੱਜ ਤੋਂ ਹਫ਼ਤਾ ਪਹਿਲਾਂ DC ਦੇ ਨਾਲ ਜਾ ਕੇ ਕੁਝ ਹਸਪੀਟਲਸ ਨੂੰ ਵਿਜ਼ਿਟ ਕੀਤਾ ਸੀ। ਇੱਥੋਂ ਤੱਕ ਕਿ IMA ਐਸੋਸੀਏਸ਼ਨ ਨਾਲ ਗੱਲ ਕੀਤੀ। ਸਾਨੂੰ ਇੱਥੋਂ ਤੱਕ ਵੀ ਕਿਹਾ ਗਿਆ ਕਿ ਜੇ ਸਾਡੇ 'ਤੇ ਤੁਸੀਂ ਕੋਈ ਸਖਤੀ ਕੀਤੀ ਤਾਂ ਅਸੀਂ ਤਾਂ ਹਸਪਤਾਲ ਹੀ ਬੰਦ ਕਰ ਦਿਆਂਗੇ। ਉਸ ਵੇਲੇ ਪ੍ਰੈਸ਼ਰ ਇੰਨਾ ਜ਼ਿਆਦਾ ਸੀ FM ਸਾਹਿਬ 'ਤੇ ਵੀ ਜੇ ਕਿਤੇ ਇਹ ਨਾ ਹੋ ਜੇ, ਪੇਸ਼ੈਂਟਸ ਕਿੱਥੇ ਲੈ ਕੇ ਜਾਵਾਂਗੇ ਆਪਾਂ। ਇਹਨਾਂ ਨੂੰ ਪਿਆਰ ਨਾਲ ਸਾਰਿਆਂ ਨਾਲ ਰਲ ਮਿਲ ਕੇ ਜੋ ਰੇਟ ਸਰਕਾਰ ਨੇ ਤੈਅ ਕੀਤੇ ਆ, ਇਹਨਾਂ ਨੂੰ ਆਪਾਂ ਪਿਆਰ ਨਾਲ ਇਨਫੋਰਸ ਕਰਾਈਏ, ਇਹਨਾਂ 'ਤੇ ਕੋਈ ਜ਼ਬਰਦਸਤੀ ਨਾ ਕਰੀਏ। FM ਸਾਹਿਬ ਨੇ ਅੱਜ ਸਵੇਰੇ DC ਸਾਹਿਬ ਨਾਲ ਗੱਲ ਕਰਕੇ, ਸਾਡੀ ਟੀਮ ਨਾਲ ਵੀ ਗੱਲ ਹੋਈ ਹੈ। ਕੱਲ੍ਹ ਨੂੰ ਇੱਕ ਟੀਮ ਕੌਂਸਟੀਟਿਊਟ ਹੋ ਰਹੀ ਜੀ, ਵਿਜੀਲੈਂਸ ਦੇ ਵੀ ਆਫਿਸਰਸ ਹੋਣਗੇ, ਹਸਪੀਟਲਸ ਦੇ ਵਿਜ਼ਿਟ ਕੀਤੇ ਜਾਣਗੇ ਅਤੇ ਪੇਸ਼ੈਂਟਸ ਨੂੰ ਪੁੱਛਿਆ ਜਾਊਗਾ ਜਿੱਥੇ ਕਿਤੇ ਓਵਰ ਚਾਰਜਿੰਗ ਹੋ ਰਹੀ ਹੈ ਉਹਦੀ ਕੋਵਿਡ ਫੈਸਿਲਿਟੀ ਕੈਂਸਲ ਕੀਤੀ ਜਾਊਗੀ। ਕਿਉਂਕਿ ਜੇ ਅਸੀਂ ਇੱਥੇ ਫ੍ਰੀ 'ਚ ਕਰ ਰਹੇ ਹਾਂ ਫਿਰ ਅਸੀਂ ਆਕਸੀਜਨ ਜਿਹੜੀ ਉਹ ਲੈ ਰਹੇ ਹਾਂ 40-40, 50-50 ਹਜ਼ਾਰ ਰੁਪਇਆ ਮਰੀਜ਼ ਵਿਚਾਰੇ ਰਾਤ ਦਾ ਕਿੱਥੇ ਦੇ ਸਕਦਾ। ਇਹ ਓਵਰ ਚਾਰਜਿੰਗ ਹੋ ਰਹੀ ਹੈ, ਇਹਦੇ ਪਿੱਛੇ ਬਹੁਤ ਰੌਲਾ ਹੈਗਾ ਸ਼ਹਿਰ ਦਾ। ਇਹ ਬਿਲਕੁਲ ਜਾਇਜ਼ ਰੌਲਾ ਹੈ, ਅਸੀਂ ਉਹਨਾਂ ਦੇ ਨਾਲ ਹਾਂ। ਮੇਰੇ ਕਿਸੇ FM ਸਾਹਿਬ ਦੇ ਕਿਸੇ ਰਿਸ਼ਤੇਦਾਰ ਦਾ ਹਸਪਤਾਲ ਨਹੀਂ ਹੈਗਾ, ਸਾਡੀ ਕਿਸੇ ਹਸਪੀਟਲ ਰਿਸ਼ਤੇ, ਅਸੀਂ ਡਾਕਟਰਸ ਦੀ ਬੜੀ ਇੱਜ਼ਤ ਕਰਦੇ ਹਾਂ, ਪਰ ਸਾਰੇ ਨਹੀਂ ਮਾੜੇ ਡਾਕਟਰਸ ਹੁੰਦੇ। ਕੁਛ ਵਿੱਚੋਂ ਹੈ ਜਿੱਥੇ ਓਵਰ ਚਾਰਜਿੰਗ ਚੱਲ ਰਹੀ ਹੈ, ਉਹਦੇ 'ਤੇ ਕੱਲ੍ਹ ਐਕਸ਼ਨ ਲਿੱਤਾ ਜਾ ਰਿਹਾ। 25 ਬੈੱਡ ਦੀ ਗੱਲ ਕੀਤੀ ਹੈ ਤੁਸੀਂ, ਨਾ ਫ੍ਰੀ ਹੈ ਅਤੇ ਹੋਰ ਕਿਵੇਂ ਕਰੋਗੇ? ਲੋਕ ਇੱਕੇ ਦਮ ਆ ਜਾਂਦੇ ਆ ਜਿਵੇਂ ਕਿ ਦੇਖੋ ਜੀ, 25 ਤਾਂ ਆਕਸੀਜਨ 'ਤੇ ਹੈ। ਅੱਜ ਸਾਨੂੰ ਆਕਸੀਜਨ ਜੇ ਮਿਲ ਜਾਏ ਤਾਂ ਅਸੀਂ 200 ਦੀ ਵੀ ਤਿਆਰੀ ਕੀਤੀ ਹੋਈ ਹੈ। ਇਹ ਫੈਸਿਲਿਟੀ 1000 ਬੈੱਡ ਦੀ ਫੈਸਿਲਿਟੀ ਬਣ ਸਕਦੀ ਆ। ਅਸੀਂ ਅੱਜ ਸਿਰਫ 25 ਤਾਂ ਕਰ ਰਹੇ ਹਾਂ ਕਿਉਂਕਿ ਆਕਸੀਜਨ ਉਹ ਨਹੀਂ ਮਿਲ ਰਹੀ ਹੈ। ਪ੍ਰੈਸ਼ਰ ਬਹੁਤ ਪੈਣਾ। ਦੇਖੋ, ਜਿਸ ਦਿਨ ਪਤਾ ਚੱਲ ਗਿਆ ਵੀ ਇੱਥੇ ਫ੍ਰੀ ਹੈ ਤਾਂ ਜਿਹੜੇ ਲੋਕ ਹਸਪਤਾਲਾਂ 'ਚੋਂ ਛੱਡ ਕੇ ਸਾਡੇ ਕੋਲ ਇੱਥੇ ਆਉਣਗੇ, ਜਿਹੜੇ ਅਸੀਂ ਸਾਰੇ ਐਨਜੀਓਜ਼ ਨਾਲ ਚਲਾ ਰਹੇ ਹਾਂ। ਕੋਸ਼ਿਸ਼ ਇਹ ਹੈ ਕਿ ਇਹ ਕਾਮਯਾਬ ਹੋਵੇ। ਮੇਰੀ ਲਾਸਟਲੀ ਜਿਹੜੀ ਅਪੀਲ ਹੈ ਅਤੇ ਜਿਹੜੀ ਸਭ ਤੋਂ ਜ਼ਰੂਰੀ ਅਪੀਲ ਹੈ ਕਿ ਅਸੀਂ ਡਾਕਟਰਸ ਨੂੰ ਤਨਖਾਹ ਦੇ ਰਹੇ ਹਾਂ, ਨਰਸਿਸ ਨੂੰ ਤਨਖਾਹ ਦੇ ਰਹੇ ਹਾਂ ਅਤੇ ਜੋ ਸੈਲਰੀ ਬਾਹਰ ਪ੍ਰਾਈਵੇਟ ਹਸਪੀਟਲ ਦੇ ਰਿਹਾ ਉਹ ਅਸੀਂ ਦੇ ਰਹੇ ਹਾਂ। ਇਹ ਸਾਰਿਆਂ ਨੇ ਇਕੱਠੇ ਪੈਸਾ ਪੂਲ ਕਰਕੇ ਅਸੀਂ ਕਰ ਰਹੇ ਹਾਂ। FM ਸਾਹਿਬ ਨੇ 2 ਮਹੀਨਿਆਂ ਦੀ ਸੈਲਰੀ ਆਲਰੇਡੀ ਖਾਤੇ ਜਮ੍ਹਾਂ ਕਰਾਤੀ ਹੈ ਵੀ ਜਿਹੜੀ ਸੈਲਰੀ। ਮੇਰੀ ਜਿਹੜੀ ਅਪੀਲ ਹੈ MD ਡਾਕਟਰਸ ਨੂੰ ਹੈ ਕਿ ਜਿੱਥੇ ਤੁਸੀਂ ਪ੍ਰਾਈਵੇਟ ਹਸਪਤਾਲਾਂ 'ਚ ਇੰਨੀ ਕਮਾਈ ਕਰ ਰਹੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ 1 ਘੰਟਾ ਜੇ ਤੁਸੀਂ ਰੋਜ਼ ਕੱਢ ਲਓ ਵੋਲੰਟਰੀਲੀ, ਜੇ ਇੱਥੇ ਆ ਜਾਓ ਤਾਂ ਮੇਰਾ ਖਿਆਲ ਇਸ ਤੋਂ ਵੱਡਾ ਬਠਿੰਡੇ ਦੇ ਲੋਕਾਂ 'ਤੇ ਅਹਿਸਾਨ ਨਹੀਂ ਤੁਸੀਂ ਕਰ ਸਕੋਗੇ। ਅਸੀਂ ਜ਼ਿੰਦਗੀ ਭਰ ਨਹੀਂ ਉਹਨਾਂ ਡਾਕਟਰਸ ਦਾ ਅਹਿਸਾਨ ਭੁੱਲਾਂਗੇ ਜਿਹੜੇ ਵੋਲੰਟਰੀ ਆ ਕੇ, ਅਸੀਂ ਪੈਸੇ ਵੀ ਦੇ ਦਾਂਗੇ ਉਹਨਾਂ ਨੂੰ, ਪਰ ਪਲੀਜ਼ ਸਾਨੂੰ ਡਾਕਟਰਸ ਦੀ ਬੜੀ ਜ਼ਰੂਰਤ ਹੈਗੀ ਹੈ। MD ਸਪੈਸ਼ਲਿਸਟ ਦੀ ਬੜੀ ਜ਼ਰੂਰਤ ਹੈ। ਫਿਲਹਾਲ 1-2 ਸਾਡੇ ਪੈਨਲ 'ਤੇ ਅਸੀਂ ਚਾਹੁੰਦੇ ਹਾਂ ਕਿ 10-15 ਡਾਕਟਰ ਸਾਡੇ ਪੈਨਲ 'ਤੇ ਆਉਣ, ਅਸੀਂ ਵਧੀਆ ਇਲਾਜ ਕਰ ਸਕੀਏ ਗਰੀਬ ਲੋਕਾਂ ਦਾ। ਥੈਂਕ ਯੂ। ਸਾਂਝਾ ਉਪਰਾਲਾ ਹੈ, ਯੰਗ ਬਲੱਡ ਕਲੱਬ ਵੀ ਉਹਦਾ ਇੱਕ ਪਾਰਟ ਹੈ।
ਕੋਵਿਡ ਕੇਅਰ ਸੈਂਟਰ ਜਿਹੜਾ ਮੈਰੀਟੋਰੀਅਸ ਸਕੂਲ ਦੇ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ NGOs ਨੇ ਇਕੱਠੇ ਹੋ ਕੇ ਤਕਰੀਬਨ ਇਨੀਸ਼ੀਅਲੀ 50 ਬੈਡਡ ਲੈਵਲ 2 ਹਸਪੀਟਲ ਜਿਹੜਾ ਹੈਗਾ ਇਹ ਸ਼ੁਰੂ ਕੀਤਾ ਹੈਗਾ ਜੀ। ਮੋਸਟ ਪ੍ਰੋਬਬਲੀ 2 ਜਾਂ 3 ਡੇਜ਼ ਦੇ ਵਿੱਚ ਇਹ ਜਿਹੜਾ ਸਟਾਰਟ ਹੋ ਜਾਏਗਾ, ਜਿੱਥੇ ਪੇਸ਼ੈਂਟਸ ਨੂੰ ਫ੍ਰੀ ਆਫ ਕਾਸਟ ਲੈਵਲ 2 ਦੇ ਪੇਸ਼ੈਂਟਸ ਨੂੰ ਜਿਹੜੀ ਸੰਭਾਲ ਮਿਲੇਗੀ। ਔਰ ਮੈਨੂੰ ਲੱਗਦਾ ਹੈਗਾ ਇਹਦੇ ਨਾਲ ਸ਼ਹਿਰ ਨੂੰ ਕਾਫੀ ਰਾਹਤ ਮਿਲੇਗੀ। ਔਰ ਇਹਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਬਠਿੰਡੇ ਦੀਆਂ ਹੈਗੀਆਂ ਉਹ ਸਾਰੀਆਂ ਇਨਵੋਲਵ ਹੈ। ਅਸੀਂ ਵਲੰਟਰਲੀ ਆਪਣੀ ਡਿਊਟੀਜ਼ ਨੂੰ ਵੰਡ ਕੇ ਜਿਹੜਾ ਹੈਗਾ ਆਪਣੇ ਆਪ ਇਸ ਸੈਂਟਰ ਨੂੰ ਚਲਾਵਾਂਗੇ। ਔਰ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ, ਖਾਸ ਕਰਕੇ ਸਾਡੇ FM ਸਾਹਿਬ ਨੇ ਸਾਨੂੰ ਕਿਹਾ ਵੀ ਫੰਡਸ ਦੀ ਕਮੀ ਇਸ ਸੈਂਟਰ ਨੂੰ ਜੋ ਇੱਕ ਲਾਈਫ ਸੇਵਿੰਗ ਦੀ ਤਰ੍ਹਾਂ ਚੱਲੇਗਾ, ਜਿੱਥੇ ਫ੍ਰੀ ਆਫ ਕਾਸਟ ਜਿਹੜੇ ਨੀਡੀ ਪੇਸ਼ੈਂਟਸ ਨੂੰ ਰੱਖਿਆ ਜਾਏਗਾ। ਕਿਉਂਕਿ ਅੱਜ ਦੀ ਮਹਾਮਾਰੀ 'ਚ ਅਸੀਂ ਰੋਜ਼ TV 'ਤੇ ਸੁਣਦੇ ਹੈਗੇ ਹਾਂ ਜਿਹੜੀ ਸਿਕਨੈਸ ਜੋ ਟ੍ਰੀਟਮੈਂਟ ਦੀ ਕਾਸਟ ਹੈ ਉਹ ਬਹੁਤ ਭਾਰੀ ਹੈ। ਹਰ ਬੰਦਾ ਅਫੋਰਡ ਨਹੀਂ ਕਰ, ਹਰ ਬੰਦਾ ਕੀ ਆਮ ਆਦਮੀ ਵੀ ਨਹੀਂ ਅਫੋਰਡ ਕਰ ਪਾ ਰਿਹਾ, ਤਾਂ ਉਸ ਤੋਂ ਲੋਕ ਬਚਣਗੇ ਅਤੇ ਰਾਹਤ ਮਹਿਸੂਸ ਕਰਨਗੇ। ਇਹ ਬਠਿੰਡੇ ਦੇ ਵਿੱਚ ਇੱਕ ਨਿਵੇਕਲੀ ਪਹਿਲ ਹੈ ਜੋ ਸਾਡੇ NGOs ਨੇ ਅਤੇ ਪ੍ਰਸ਼ਾਸਨ ਨੇ ਰਲ ਕੇ ਕੀਤੀ ਹੈਗੀ ਹੈ ਜੀ। ਇਸ ਮਹਾਮਾਰੀ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਬਠਿੰਡਾ ਦੀਆਂ NGOs ਹੈਗੀਆਂ ਉਹ ਸਾਰੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਕੋਈ ਆਕਸੀਜਨ ਦਾ ਲੰਗਰ ਲਗਾਇਆ ਕਿਸੇ ਨੇ ਨੂੰ ਮੈਡੀਸਿਨਸ ਪ੍ਰੋਵਾਈਡ ਕਰਾਈਆਂ, ਕੋਈ ਕਿਸੇ ਨੂੰ ਹਸਪੀਟਲ ਦੇ ਵਿੱਚ ਬੈੱਡ ਪ੍ਰੋਵਾਈਡ ਕਰਾਉਣ ਦਾ ਕੰਮ ਕਰ ਰਿਹਾ ਸੀਗਾ। ਤਾਂ ਇਸ ਤਰ੍ਹਾਂ ਇਹ ਸਾਰੇ ਵੱਖੋ ਵੱਖ ਅਦਾਰਿਆਂ ਦੇ ਵਿੱਚ ਕੰਮ ਹੋ ਰਿਹਾ ਸੀਗਾ। ਤਾਂ ਇੱਕ ਦਿਨ ਸਾਡੇ ਦਿਮਾਗ ਦੇ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਆਪਾਂ ਸਾਰੇ ਇਕੱਠੇ ਹੋਈਏ। ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਇਹ ਵਿਚਾਰ ਬਣਾਇਆ ਵੀ ਲੋਕ ਬਹੁਤ ਦੁਖੀ ਨੇ ਔਰ ਇਸ ਦੁੱਖ ਨੂੰ ਘਟਾਉਣ ਵਾਸਤੇ, ਲੋਕਾਂ ਨੂੰ ਇੱਕ ਰਾਹਤ ਦੇਣ ਵਾਸਤੇ ਅਸੀਂ ਇੱਕ ਇਹ ਉਪਰਾਲਾ ਕਰਨ ਦੀ ਸੋਚੀ ਸਾਰੀ NGOs ਨੇ ਮਿਲ ਕੇ ਵੀ ਕਿਉਂ ਨਾ ਆਪਾਂ ਇੱਕ ਹਸਪੀਟਲ ਖੋਲ੍ਹੀਏ। ਇੱਕ ਹਸਪੀਟਲ ਤਾਂ ਆਪਾਂ ਨਹੀਂ ਸੀ ਖੋਲ੍ਹ ਸਕਦੇ ਕਿਉਂਕਿ ਇਹਨੂੰ ਇੱਕ ਕੋਵਿਡ ਕੇਅਰ ਸੈਂਟਰ ਦਾ ਨਾਮ ਆਪਾਂ ਦਿੱਤਾ ਵੀ ਇਸ ਮਹਾਮਾਰੀ ਦੇ ਵਿੱਚ ਕੋਵਿਡ ਕੇਅਰ ਸੈਂਟਰ ਹੀ ਆਪਾਂ ਨੂੰ ਰਿਕੁਆਇਰਡ ਸੀਗਾ। ਇਹਦੇ ਵਿੱਚ ਆਪਾਂ ਲੈਵਲ 1 ਅਤੇ 2 ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਆਪਾਂ ਇੱਥੇ ਉਹਨਾਂ ਦਾ ਧਿਆਨ ਰੱਖਾਂਗੇ, ਉਹਨਾਂ ਦੀ ਸੇਵਾ ਕਰਾਂਗੇ। ਸਾਰੀਆਂ NGOs ਮਿਲ ਕੇ ਸੇਵਾ ਕਰਨ ਦਾ ਇਹ ਉਪਰਾਲਾ ਰੱਖਿਆ ਅਤੇ ਇੱਥੋਂ ਅਸੀਂ ਸਭ ਨੇ ਮਿਲ ਕੇ FM ਸਾਹਿਬ ਨਾਲ ਮੀਟਿੰਗ ਕੀਤੀ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸਾਰਿਆਂ ਨੇ ਵੀ ਸਾਨੂੰ ਇਸ ਕੰਮ ਲਈ ਮਦਦ ਕਰੋ। ਉਹਨਾਂ ਨੇ ਵੀ ਬੜੀ ਖੁਸ਼ੀ ਹਾਂ ਕੀਤੀ ਔਰ ਸਾਨੂੰ ਇਸ ਦਾ ਪੂਰਾ ਭਰੋਸਾ ਦਿੱਤਾ ਵੀ ਅਸੀਂ ਜਿੰਨਾ ਤੁਸੀਂ ਸਹਿਯੋਗ ਮੰਗੋਗੇ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਪਰ ਬਠਿੰਡੇ ਦੇ ਲੋਕਾਂ ਦੀ ਤੁਸੀਂ ਸੇਵਾ ਕਰ ਰਹੇ ਹੋ, ਬਠਿੰਡੇ ਦੇ ਲੋਕਾਂ ਦੀ ਜਾਨ ਬਚਾ ਰਹੇ ਹੋ, ਇਦੋਂ ਉੱਤੇ ਮੈਨੂੰ ਕੁਛ ਨਹੀਂ ਚਾਹੀਦਾ। ਇਸ ਕਰਕੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੰਦੇ ਹੋਏ ਪੂਰਾ ਫੰਡ ਵੀ ਦੇਣ ਦਾ ਭਰੋਸਾ ਦਿੱਤਾ ਔਰ ਅਸੀਂ ਅੱਜ ਇਹ ਉਪਰਾਲਾ ਜਿਹੜਾ ਹੈ ਅਸੀਂ ਸ਼ੁਰੂ ਕਰ ਰਹੇ ਹਾਂ। ਸ਼ੁਰੂਆਤੀ ਤੌਰ ਦਾ ਜਿਹੜਾ ਟਾਰਗੇਟ ਹੈਗਾ ਅਸੀਂ 50 ਬੈੱਡ ਤੋਂ ਸ਼ੁਰੂ ਕਰਾਂਗੇ ਔਰ ਇਸ ਨੂੰ ਵਧਾ ਕੇ 200 ਬੈੱਡ ਤੱਕ ਦਾ ਸਾਡਾ ਟੀਚਾ ਹੈਗਾ ਇਹਨੂੰ ਕਰਨ ਦਾ। ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਇੱਥੇ ਡਰ ਬਣਿਆ ਹੋਇਆ ਸੀ ਬਠਿੰਡੇ 'ਚ ਹੁਣ ਇਹ ਜਿਹੜਾ ਕੋਵਿਡ ਸੈਂਟਰ ਖੋਲ੍ਹਣ ਨਾਲ ਮੇਰੀ ਜੀ ਕਿੰਨੀਆਂ ਸੰਸਥਾਵਾਂ ਜਿਹੜੀਆਂ ਨਾਲ ਜੁੜੀਆਂ ਪ੍ਰਸ਼ਾਸਨ ਦੀ? ਇਹ 22 ਸੰਸਥਾਵਾਂ ਟੋਟਲ ਹੈਗੀਆਂ ਜੀ ਔਰ ਜਿਹੜਾ ਮੇਨ ਮਕਸਦ ਹੀ ਇਹੀ ਸੀਗਾ ਲੋਕਾਂ ਦੇ ਦਿਲਾਂ ਦੇ ਵਿੱਚੋਂ ਡਰ ਕੱਢਣਾ। ਡਰ ਕੀ ਸੀਗਾ ਲੋਕਾਂ ਨੂੰ ਇਸ ਵੇਲੇ ਅਸੀਂ ਜਾਂਦੇ ਸੀਗੇ ਵੇਖਦੇ ਸੀਗੇ ਵੀ ਕਿਸੇ ਹਸਪੀਟਲ 'ਚ ਬੈੱਡ ਨਹੀਂ ਸੀ ਮਿਲ ਰਿਹਾ, ਕਿਸੇ ਹਸਪੀਟਲ 'ਚ ਦਵਾਈਆਂ ਨਹੀਂ ਸੀ ਮਿਲ ਰਹੀਆਂ। ਉਹ ਸਾਰਾ ਡਰ ਦੂਰ ਕਰਨ ਵਾਸਤੇ ਹੀ ਅਸੀਂ ਇਹ ਉਪਰਾਲਾ ਕੀਤਾ ਤਾਂ ਜੋ ਲੋਕਾਂ ਨੂੰ ਅਸੀਂ ਇੱਕ ਫ੍ਰੀ ਮੁਹੱਈਆ ਕਰਾ ਸਕੀਏ ਸਾਰਾ ਕੁਝ। ਇੱਥੇ ਡਾਕਟਰਸ ਫ੍ਰੀ ਟ੍ਰੀਟਮੈਂਟ ਕਰਨਗੇ, ਦਵਾਈਆਂ ਫ੍ਰੀ ਮਿਲਣਗੀਆਂ, ਇੱਥੋਂ ਤੱਕ ਕਿ ਖਾਣਾ ਵੀ ਫ੍ਰੀ ਮਿਲੇਗਾ ਸਾਰਿਆਂ ਨੂੰ। ਆਦਰਸ਼ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਬਠਿੰਡਾ ਦੀਆਂ ਤਮਾਮ ਜਿਹੜੀਆਂ ਬਠਿੰਡੇ ਦੀਆਂ ਵੱਡੀਆਂ ਸ਼ਖਸੀਅਤਾਂ ਲਾਓ, ਕਿਉਂਕਿ ਜਿਹੜੀ ਸੁਸਾਇਟੀ ਆਉਂਦੀ ਉਹ ਵੱਡੀਆਂ ਸ਼ਖਸੀਅਤਾਂ ਹੀ ਹੁੰਦੀਆਂ ਸਾਰੀਆਂ। ਸਾਡੇ ਨਿਗਾਹ ਦੇ ਵਿੱਚ ਉਹ ਪ੍ਰਮਾਤਮਾ ਨੇ, ਰੱਬ ਨੇ, ਅਤੇ ਜੋ ਸਰਬੱਤ ਦੇ ਭਲੇ ਦੇ ਵਾਸਤੇ ਜਿਹੜਾ ਇੱਕ ਕਾਰਜ ਬਠਿੰਡਾ ਦੇ ਵਿੱਚ ਕੀਤਾ ਜਾ ਰਿਹਾ ਹੈ, ਇਹ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਡਾ ਇੱਕ ਗਰੁੱਪ ਬਣਾ ਕੇ ਕੋਵਿਡ ਸੈਂਟਰ ਜਿਹੜਾ ਚਲਾਇਆ ਜਾ ਰਿਹਾ ਹੈ। ਅਤੇ ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜਾ 50 ਬੈੱਡਾਂ ਤੋਂ ਸ਼ੁਰੂ ਕਰਕੇ ਇਹ ਤਾਂ ਉਮੀਦ ਤਾਂ ਅਸੀਂ ਇਹ ਕਰਦੇ ਕਿ 50 ਬੈੱਡਾਂ ਦੀ ਜ਼ਰੂਰਤ ਵੀ ਬਠਿੰਡਾ ਨਿਵਾਸੀਆਂ ਨੂੰ ਨਾ ਪਵੇ। ਪਰ ਇੱਕ ਸੋਚ ਹੈ ਕਿ ਜੇਕਰ ਮਹਾਮਾਰੀ ਹੋਰ ਵੱਧਦੀ ਹੈ ਜਾਂ ਕੋਈ ਨੁਕਸਾਨ ਹੋਰ ਵੱਧਦਾ ਤਾਂ 200 ਬੈੱਡ ਦੀ ਵੀ ਜੇ ਕਪੈਸਿਟੀ ਕਰਨੀ ਚਾਹਾਂ ਤਾਂ ਇਹ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਇੱਥੇ ਕਿ ਇੱਥੇ ਹਰੇਕ NGOs ਆ ਕੇ ਆਪਣਾ ਸਹਿਯੋਗ ਜਿਹੜਾ ਬਣਦਾ ਸਹਿਯੋਗ ਹੈ ਬਠਿੰਡੇ ਤੋਂ ਕਰ ਸਕਦੀ ਹੈ। ਰਹੀ ਗੱਲ ਕਿ ਸੰਸਥਾਵਾਂ ਇੱਥੇ ਕੀ ਕਰਨਗੀਆਂ, ਸੰਸਥਾਵਾਂ ਬਠਿੰਡਾ ਦੀਆਂ ਸਾਰੀਆਂ ਇਕੱਠੀਆਂ ਹੋ ਕੇ ਕੋਈ ਤਾਂ ਪਾਣੀ ਦੀ ਸੇਵਾ ਕਰ ਰਿਹਾ ਹੈ, ਕੋਈ ਮੈਡੀਸਨ ਦੀ ਸੇਵਾ ਕਰ ਰਿਹਾ ਹੈ, ਕੋਈ ਇੱਥੇ ਲੰਗਰ ਦੀ ਸੇਵਾ ਕਰ ਰਿਹਾ ਹੈ। ਅਲੱਗ-ਅਲੱਗ ਹਰੇਕ ਸੁਸਾਇਟੀ ਜਿਹੜੀ ਕਿ ਪਿਛਲੇ 10, 15, 20 ਸਾਲਾਂ ਤੋਂ ਬਠਿੰਡਾ ਦੀ ਵੈਸੇ ਵੀ ਸੇਵਾ ਕਰ ਰਹੀ ਸੀ, ਉਹ ਸਾਰੀਆਂ ਨੇ ਇਕੱਠੇ ਹੋ ਕੇ ਇੱਕ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ। ਐਡਮਿਨਿਸਟ੍ਰੇਸ਼ਨ ਨੇ ਪੰਜਾਬ ਸਰਕਾਰ ਨਾਲ ਗੱਲ ਕੀਤੀ। ਪੰਜਾਬ ਸਰਕਾਰ ਦੇ ਨੁਮਾਇੰਦੇ ਸਾਡੇ ਬਠਿੰਡਾ ਤੋਂ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਅਤੇ ਸਰਦਾਰ ਜੈਜੀਤ ਸਿੰਘ ਜੌਲ,
ਉਹਨਾਂ ਕੋਲੇ ਜਦੋਂ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਇੱਕ ਮੀਟਿੰਗ ਲਈ। ਮੀਟਿੰਗ ਦੇ ਵਿੱਚ ਫਸਟ ਮੀਟਿੰਗ ਦੇ ਵਿੱਚ ਕੋਈ ਉਪਰਾਲਾ ਇਸ ਤਰ੍ਹਾਂ ਦਾ ਕਰਨ ਵਾਸਤੇ ਕਿੰਤੂ ਪਰੰਤੂ ਹੋਏ। ਸੈਕੰਡ ਮੀਟਿੰਗ ਲਈ ਥਰਡ ਮੀਟਿੰਗ ਹੋਈ ਤਾਂ ਅੱਜ ਫੋਰਥ ਮੀਟਿੰਗ ਹੈ, ਜਿਹਦੇ ਵਿੱਚ ਕਿ ਇੱਕ ਫਾਈਨਲਾਈਜ਼ ਹੋ ਚੁੱਕਿਆ ਕਿ ਬਠਿੰਡਾ ਕੋਵਿਡ ਸੈਂਟਰ ਹੈ ਜਿਹੜਾ ਉਹ ਇੱਥੇ ਸਟੈਬਲਿਸ਼ ਹੋ ਚੁੱਕਿਆ ਔਰ ਬਹੁਤ ਹੀ ਜਲਦੀ ਤਕਰੀਬਨ 2 ਜਾਂ 3 ਦੇ ਵਿੱਚ ਜਿਵੇਂ ਕਿ ਬੈਡਿੰਗ ਦਾ ਹੁੰਦਾ। ਤੁਸੀਂ ਇਹ ਦੇਖੋ ਕਿ ਘਰ ਦੇ ਵਿੱਚ ਆਪਾਂ ਇੱਕ ਛੋਟਾ ਕਾਰਜ ਵੀ ਕਰਦੇ ਹਾਂ, ਚਾਹੇ ਉਹ ਵਿਆਹ ਦਾ ਕਾਰਜ ਹੋਵੇ, ਚਾਹੇ ਉਹ ਕੋਈ ਇੱਕ ਛੋਟਾ ਮੋਟਾ ਕੋਈ ਵੀ ਕਾਰਜ ਘਰ 'ਚ ਕਰਨਾ ਹੋਵੇ, ਤਾਂ ਉੱਥੇ ਇੱਕ ਸੂਈ ਤੋਂ ਲੈ ਕੇ ਜੇ ਆਪਾਂ ਕਿਹਾ ਜਾਵੇ ਵੱਡੇ ਤੋਂ ਵੱਡੇ ਤੱਕ, ਚਾਹੇ ਉਹ 50,000 ਦੀ ਆਈਟਮ ਆ, ਚਾਹੇ 1 ਰੁਪਏ ਦੀ ਆਈਟਮ ਆ, ਪਰ ਲਿਆਣੀ ਤਾਂ ਇੱਥੇ ਪਊਗੀ ਨਾ, ਕਿਉਂਕਿ ਸੁਨਸਾਨ ਏਰੀਆ ਅੱਡ ਏਰੀਆ ਹੈਗਾ। ਹਰੇਕ ਚੀਜ਼ ਸ਼ਹਿਰ ਦੇ ਵਿੱਚੋਂ ਲਿਆ ਕੇ ਖਰੀਦ ਕੇ ਲੈ ਕੇ ਆਉਣੀ ਹੈ। ਤਾਂ ਬਠਿੰਡਾ ਦੀਆਂ ਤਮਾਮ NGOs ਨੇ ਰਲ ਕੇ ਇਹ ਪ੍ਰਣ ਲਿਆ ਸੀ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢੇ ਲਾ ਕੇ ਚੱਲਾਂਗੇ, ਕਿਉਂਕਿ NGOs ਦਾ ਕੀ ਕੰਮ ਹੈ? NGOs ਦਾ ਕੰਮ ਇਹ ਹੈ ਕਿ ਮੌਕੇ ਦੀ ਸਰਕਾਰ, ਮੈਂ ਕਿਸੇ ਸਰਕਾਰ ਦਾ ਇੱਥੇ ਨਾਮ ਨਹੀਂ ਲੈਣਾ ਚਾਹੁੰਦਾ, ਮੌਕੇ ਦੀ ਸਰਕਾਰ ਕੋਈ ਵੀ ਹੈ ਉਹਦੇ ਨਾਲ NGOs ਰਲ ਕੇ ਕੰਮ ਹਮੇਸ਼ਾ ਹੀ ਕਰਦੀਆਂ ਹੈ ਤੇ ਅੱਗੇ ਵੀ ਕਰਦੀਆਂ ਰਹਿਣਗੀਆਂ, ਚਾਹੇ ਉਹ ਕੋਈ ਵੀ ਸਰਕਾਰ ਆ ਜੇ। ਇੱਥੇ ਸਰਕਾਰ ਦਾ ਮੈਟਰ ਨਹੀਂ ਹੈ। ਮੈਂ ਪਿੱਛੇ ਜੇ ਰੋਜ਼ ਇੱਥੇ ਫੇਸਬੁੱਕ 'ਤੇ ਆਪਾਂ ਐਕਟਿਵ ਹਾਂ ਸਾਰੇ ਜਣੇ, ਉੱਥੇ ਰੋਜ਼ ਕੋਈ ਨਾ ਕੋਈ ਟਰੋਲ ਹੋ ਰਹੀ ਹੈ, ਇਹ ਸਰਕਾਰ ਦਾ ਇਸ ਤਰ੍ਹਾਂ ਜੀ, ਸਰਕਾਰ ਇਹ। ਤਾਂ ਮੈਂ ਇੱਥੇ ਜ਼ਰੂਰ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹੈ, ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦਾ ਉਹਨਾਂ ਮੁਰੇ ਕਿ ਪਲੀਜ਼ ਆਹ ਸਮਾਂ ਨਹੀਂ ਹੈਗਾ, ਤੁਸੀਂ 1 ਮਹੀਨਾ ਦੇ ਦਿਓ, 1.5 ਮਹੀਨਾ, 2 ਮਹੀਨਾ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਕਿ ਤੁਸੀਂ ਪਲੀਜ਼ ਚੁੱਪ ਕਰ ਜਾਓ। ਤੁਹਾਡੇ ਇੱਕ ਬਿਆਨ ਦੇਣ ਨਾਲ, ਤੁਹਾਡੇ ਇੱਕ ਲਫ਼ਜ਼ ਮੂੰਹ 'ਚੋਂ ਕੱਢਣ ਨਾਲ ਇੱਥੇ ਜਿਹੜੇ ਮਰੀਜ਼ 100-200 ਆਣੇ ਆ ਉਹ ਨਹੀਂ ਆਉਣਗੇ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਇਹ ਜੀ ਇੱਕ ਨਲਾਇਕੀ ਕਰਕੇ ਕਿਸੇ ਪਰਿਵਾਰ ਦਾ ਬੱਚਾ ਮਰ ਜੇ, ਕਿਸੇ ਪਰਿਵਾਰ ਦੀ ਮਾਂ, ਕਿਸੇ ਦਾ ਪਰਿਵਾਰ ਦਾ ਬੱਚਾ ਚੱਲ ਜੇ। ਤਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਇਹ ਸਮਾਂ ਨਹੀਂ ਹੈਗਾ ਸਿਆਸਤ ਕਰਨ ਦਾ। ਜਿਹੜੀ ਮੌਕੇ ਦੀ ਸਰਕਾਰ ਹੈ, ਮੌਕੇ ਦੀ ਸਰਕਾਰ ਨੇ ਜੋ ਕੁਛ ਕਰਤਾ, ਤੁਸੀਂ ਉਹਦੇ 'ਚ ਕੋਈ ਤਿਲ ਫੁੱਲ ਪਾ ਸਕਦੇ ਹੋ। ਤੁਸੀਂ 1 ਰੁਪਇਆ ਦਾਨ ਦੇ ਜਾਓ, ਤੁਸੀਂ 50,000 ਦਾਨ ਦੇ ਜਾਓ, ਤੁਸੀਂ ਸਮਰੱਥਾ ਰੱਖਦੇ ਹੋ ਤਾਂ ਭਾਵੇਂ 50 ਲੱਖ ਦਾਨ ਦੇ ਜਾਓ, ਕੋਈ ਮਨਾਹੀ ਨਹੀਂ। ਪਰ ਜੇਕਰ ਤੁਸੀਂ ਕੰਮ ਚੱਲਦੇ ਦੇ ਵਿੱਚ ਬਗੈਰ ਮਦਦ ਤੋਂ ਕਿੰਤੂ ਪਰੰਤੂ ਕਰੋਗੇ ਤਾਂ ਉਹ ਬਰਦਾਸ਼ਤ ਨਹੀਂ ਹੋਊਗਾ। ਬਠਿੰਡੇ ਦੀਆਂ ਸਾਰੀਆਂ ਸਮਾਜ ਸੇਵਾ ਜਿਹੜੀਆਂ ਸੰਸਥਾਵਾਂ ਉਹ ਆਪਣੇ ਆਪਣੇ ਬਲਬੂਤੇ ਨਾਲ ਲੋਕਾਂ ਤੋਂ ਫੰਡ ਇਕੱਠਾ ਕਰਕੇ ਆਪਦੇ ਲੈਵਲ 'ਤੇ ਜਿੰਨਾ ਕੁ ਇੱਥੇ ਸਹਿਯੋਗ ਹੋ ਸਕਦਾ ਹੈ, ਬਾਕੀ ਦਾ ਜਿਹੜਾ ਵੱਡਾ ਸਹਿਯੋਗ ਹੈਗਾ, ਜਿਵੇਂ ਇੱਥੇ ਇਕਵਿਪਮੈਂਟਸ ਵਗੈਰਾ ਲੱਗਣੇ ਆ, ਉਹ ਤਕਰੀਬਨ ਮੰਨ ਕੇ ਚੱਲੋ ਵੀ 20-50 ਲੱਖ ਤੋਂ ਉੱਤੇ ਇਕਵਿਪਮੈਂਟ ਇੱਥੇ ਲੱਗਣੇ ਆ, ਉਹ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਫਾਈਨਲਾਈਜ਼ ਕੀਤਾ। ਮੈਂ ਧੰਨਵਾਦ ਕਰਦਾ ਮਨਪ੍ਰੀਤ ਸਿੰਘ ਬਾਦਲ ਜੀ ਦਾ, ਜਿਨ੍ਹਾਂ ਸਾਡੇ ਨਿੱਕੇ ਜਿਹੇ ਸੁਨੇਹੇ 'ਤੇ ਐਡਾ ਵੱਡਾ ਉਪਰਾਲਾ ਕੀਤਾ। ਅਤੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਇੱਕੋ ਹੀ ਬੇਨਤੀ ਹੈ ਕਿ ਕੰਮ ਕਰਦੇ ਨੂੰ ਨਾ ਰੋਕੋ, ਸਹਿਯੋਗ ਦਿਓ ਅਤੇ ਲੱਤਾਂ ਨਾ ਖਿੱਚੋ, ਬਾਂਹ ਨਾਲ ਬਾਂਹ, ਹੱਥ ਨਾਲ ਹੱਥ ਲਾ ਕੇ ਤੁਸੀਂ ਸਾਡੇ ਨਾਲ ਖੜੋ, ਤਾਂ ਜੋ ਬਠਿੰਡੇ ਦਾ ਭਲਾ ਹੋ ਸਕੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਲੁੱਟ ਦੀ ਗੱਲ ਅੱਜ ਕੱਲ੍ਹ ਚੱਲ ਰਹੀ ਹੈ, ਸਾਰੇ ਡਾਕਟਰ ਮਾੜੇ ਨਹੀਂ, ਸਾਰੇ ਇੰਸਟੀਚਿਊਟ ਮਾੜੇ ਨਹੀਂ ਹੈਗੇ, ਪਰ ਜਿਹੜੀ ਸਿਸਟਮ ਜੋ ਸਿਨੈਰੀਓ ਸਿਸਟਮ ਚੱਲ ਰਿਹਾ ਹੈ ਉਹਦੇ 'ਚ ਇਹ ਹੈ ਵੀ ਅੱਜ FM ਸਾਹਿਬ ਵੱਲੋਂ ਅਸੀਂ ਬੇਨਤੀ ਕੀਤੀ ਸੀ ਕਿ FM ਸਾਹਿਬ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਤੁਹਾਡੇ ਅੱਗੇ ਬੇਨਤੀ ਕਰਦੀਆਂ ਕਿ ਜਿਹੜੀ ਸੱਚੀ ਹੀ ਵਾਕਈ ਡਾਕਟਰਾਂ ਨੇ ਲੁੱਟ ਜਿਹੜੀ ਮਚਾ ਰੱਖੀ ਉਹਨੂੰ ਠੱਲ ਪਾਈ ਜਾਵੇ। ਤਾਂ ਅੱਜ ਤੁਸੀਂ ਦੇਖਿਆ ਕੱਲ੍ਹ ਨੂੰ ਸਵੇਰ ਤੋਂ ਕੋਈ ਵੀ ਡਾਕਟਰ ਤੁਹਾਡੇ ਤੋਂ ਫਾਲਤੂ ਪੇਮੈਂਟ ਨਹੀਂ ਲੈ ਸਕੂਗਾ, ਇਹ ਸਾਡਾ ਦਾਅਵਾ ਹੈ। ਅਸੀਂ ਤਾਂ ਦਾਅਵਾ ਕਰਦੇ ਹਾਂ ਕਿਉਂਕਿ ਸਾਨੂੰ FM ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕੱਲ੍ਹ ਤੋਂ ਬਾਅਦ ਜੋ ਕੁਝ ਪਿੱਛੇ ਹੋ ਗਿਆ ਉਹਦੇ ਵਾਸਤੇ ਵੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਪਰ ਜਿਹੜਾ ਹੁਣ ਕੱਲ੍ਹ ਤੋਂ ਜਿਹੜਾ ਸਿਸਟਮ ਹੈਗਾ ਉਹ ਇਹ ਬਣ ਰਿਹਾ ਹੈ ਕਿ ਸਾਰੇ ਲਿਸਟ ਲੱਗ ਦਿੱਤੀ ਜਾਊਗੀ, ਹਰੇਕ ਦਾ ਸਾਰਿਆਂ ਦਾ ਜਿਹੜਾ ਰੇਟ ਫਿਕਸ ਹੋ ਜਾਊਗਾ, ਤਾਂ ਜੋ ਕਿਸੇ ਦੀ ਜਿਹੜੀ ਲੁੱਟ ਬੰਦ ਹੋ ਸਕੇ। ਪ੍ਰਸ਼ਾਸਨ ਨੇ ਸਰਕਾਰ ਵੱਲੋਂ ਇਹ ਕੋਵਿਡ ਸੈਂਟਰ ਖੋਲ੍ਹੇ ਗਏ ਹੈ, ਇਹ ਬਹੁਤ ਹੀ ਜ਼ਰੂਰਤ ਸੀ। ਇਹਦੇ ਵਿੱਚ ਮੈਂ ਸਾਰਿਆਂ ਨੂੰ ਇਸ ਸ਼ਹੀਦ ਜਨਰੇਸ਼ਨ ਨੂੰ ਮੈਸੇਜ ਦੇਣਾ ਚਾਹੁੰਦਾ, ਜਿਹੜਾ ਇਹ ਸੈਂਟਰ ਖੋਲ੍ਹਿਆ ਗਿਆ ਹੈ ਕਿ ਬਠਿੰਡੇ ਦੀਆਂ ਜਿਹੜੀਆਂ NGO ਇਸ ਵੇਲੇ ਐਕਟਿਵ ਹੈ, ਸੇਵਾ ਵਿੱਚ ਲੱਗੇ ਹੋਏ ਹਨ, ਬਹੁਤ ਵਧੀਆ ਇਹ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ। ਮੈਂ ਸਰਕਾਰ ਦਾ ਇਹ ਬਹੁਤ ਧੰਨਵਾਦ ਕਰਦਾ ਅਤੇ ਨਾਲ ਹੀ ਜਿਹੜੀ NGO ਇਸ ਵੇਲੇ ਸੇਵਾ ਕਰ ਰਹੀ ਹਨ ਉਹਨਾਂ ਦਾ ਵੀ ਧੰਨਵਾਦ ਕਰਦਾ। ਜਿਹੜੀ ਸ਼ਹੀਦ ਜਨਰੇਸ਼ਨ ਸੁਸਾਇਟੀ ਨੂੰ ਇਹ ਸੇਵਾ ਲਾਈ ਹੈ ਇਸ ਮਹਾਂਮਾਰੀ ਬਿਮਾਰੀ ਦੇ ਵਿੱਚ, ਅਸੀਂ ਸੁਸਾਇਟੀ ਤਨੋਂ ਮਨੋਂ ਇਹਦੀ ਰਾਤ ਦਿਨ ਅਸੀਂ ਸੇਵਾ ਕਰਾਂਗੇ, ਜਿੰਨਾ ਵੀ ਹੋਇਆ ਵੱਧ ਤੋਂ ਵੱਧ ਇਹਦਾ ਸਹਿਯੋਗ ਦੇਵਾਂਗੇ। ਵਲੰਟੀਅਰ ਵੀ ਕੰਮ ਕਰਨਗੇ। ਇਸ ਮਹਾਂਮਾਰੀ ਜਿਹੜੀ ਬਿਮਾਰੀ ਚੱਲੀ ਹੈ ਉਹਨੂੰ ਜਿਹੜੀ ਪਬਲਿਕ ਹੈ ਇਸ ਬਿਮਾਰੀ ਵਿੱਚ ਭਿੱਟ ਜਾਈ ਹੈ ਉਹਨੂੰ ਵੱਧ ਤੋਂ ਵੱਧ ਰਾਹਤ ਦੇਵਾਂਗੇ। ਬਸ ਸਾਡਾ ਇਹੀ ਮੈਸੇਜ ਸੀ ਜਨਰੇਸ਼ਨ ਸੁਸਾਇਟੀ ਵੱਲੋਂ ਜੀ। ਹਾਂਜੀ, ਇਹ ਜੋ ਬਠਿੰਡਾ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਜਾ ਰਿਹਾ ਹੈ, ਇਹ ਬਠਿੰਡਾ ਦੀਆਂ ਜਿਹੜੀਆਂ ਵੀ ਪ੍ਰਮੁੱਖ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੀ ਪਹਿਲ ਤੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਜਿਹੜਾ ਇਹ ਬਠਿੰਡਾ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ। ਅਤੇ ਇਹਦੇ ਵਿੱਚ ਜਿਹੜਾ ਇਲਾਜ ਹੈ ਉਹ ਲੈਵਲ 1 ਅਤੇ ਲੈਵਲ 2 ਦੇ ਜਿਹੜੇ ਮਰੀਜ਼ ਹੋਣਗੇ ਉਹਨਾਂ ਦਾ ਬਿਲਕੁਲ ਮੁਫਤ ਕੀਤਾ ਜਾਏਗਾ। ਜਿੰਨੀਆਂ ਵੀ ਸੰਸਥਾਵਾਂ ਉਹਦੇ 'ਚ ਸਹਿਯੋਗ ਕਰ ਰਹੀਆਂ ਨੇ ਉਹ ਸਵੇ ਇੱਛਾ ਦੇ ਨਾਲ ਸਹਿਯੋਗ ਕਰ ਰਹੀਆਂ ਨੇ, ਅਤੇ ਮਾਨਯੋਗ ਪ੍ਰਸ਼ਾਸਨ ਅਤੇ ਮਾਨਯੋਗ ਬਠਿੰਡਾ ਤੋਂ ਜਿਹੜੇ ਸਾਡੇ ਮੰਤਰੀ ਸਾਹਿਬ ਨੇ, ਫਾਈਨਾਂਸ ਮਿਨਿਸਟਰ ਸਾਹਿਬ ਨੇ, ਉਹਨਾਂ ਦੁਆਰਾ ਜਿਹੜਾ ਹੈਗਾ ਪੂਰਾ ਸਹਿਯੋਗ ਦਿੱਤਾ ਗਿਆ। ਔਰ ਜੋ ਵੀ ਇਹਦੇ ਵਿੱਚ ਜੋ ਬਣ ਰਿਹਾ ਹੈ, ਜੋ ਵੀ ਇਹਦੇ 'ਚ ਖਰਚਾ ਆ ਰਿਹਾ ਹੈ,
ਉਹ ਵੀ ਜਿਹੜਾ ਹੈਗਾ ਉਹ ਮੰਤਰੀ ਸਾਹਿਬ ਦੇ ਦੁਆਰਾ ਹੀ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ, ਤਾਂ ਜੋ ਲੋਕਾਂ ਦਾ ਮਾਨਵਤਾ ਦਾ ਭਲਾ ਹੋ ਸਕੇ। ਜਿਹੜੀ ਅੱਜ ਹਸਪਤਾਲਾਂ ਦੇ ਵਿੱਚ ਲੁੱਟ ਮਚਾਈ ਜਾ ਰਹੀ ਹੈ, ਮਹਿੰਗੇ ਖਰਚ ਹੋ ਰਹੇ ਨੇ, ਉਹਨਾਂ ਤੋਂ ਜਿਹੜਾ ਹੈਗਾ ਆਮ ਆਦਮੀ ਜਿਹੜਾ ਘਬਰਾਇਆ ਹੋਇਆ ਤੇ ਘਰਾਂ 'ਚ ਬੈਠਾ ਹੈ, ਤੇ ਘਰ 'ਚ ਬੈਠ ਕੇ ਜਿਹੜਾ ਹੈਗਾ ਉਹ ਇਲਾਜ ਤਾਂ ਨਹੀਂ ਹੋ ਰਿਹਾ ਲੇਕਿਨ ਨੁਕਸਾਨ ਜ਼ਿਆਦਾ ਹੋ ਰਿਹਾ ਸੀ। ਉਹਨੂੰ ਬਚਾਉਣ ਲਈ, ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਜਿਹੜਾ ਹੈਗਾ ਉਹ ਇਹ ਮੁਫਤ 'ਚ ਇਹ ਸੈਂਟਰ ਜਿਹੜਾ ਸ਼ੁਰੂ ਕੀਤਾ ਗਿਆ। ਇਹਦੇ ਨਾਲ ਬਠਿੰਡੇ ਤੋਂ ਇਲਾਵਾ ਜਿਹੜਾ ਵੀ ਨੇੜੇ ਆਸ-ਪਾਸ ਦੇ ਲੋਕ ਨੇ, ਇੱਦਾਂ ਦੇ ਮਰੀਜ਼ ਨੇ, ਉਹਨਾਂ ਦੀ ਜਿਹੜੀ ਹੈਗੀ ਆ ਦੇਖਭਾਲ ਹੋ ਸਕੇਗੀ, ਉਹਨਾਂ ਦਾ ਚੰਗਾ ਇਲਾਜ ਹੋ ਸਕੇਗਾ। ਤੇ ਇਹ ਜਿਹੜਾ ਉਪਰਾਲਾ ਹੈਗਾ ਇਹ ਬਹੁਤ ਵਧੀਆ ਉਪਰਾਲਾ ਹੈ। ਇਹਦੇ ਲਈ ਅਸੀਂ ਜਿਹੜਾ ਹੈਗਾ ਸਾਰੇ ਹੀ ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਇਸ ਸੈਂਟਰ ਦੇ ਵਿੱਚ ਸਹਿਯੋਗ ਕਰ ਰਹੇ ਨੇ ਸੱਜਣ ਮਿੱਤਰ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਸਵੇ ਇੱਛਾ ਦੇ ਨਾਲ ਸਾਰੇ ਹੀ ਇਹਦੇ 'ਚ ਵਲੰਟਰਲੀ ਜਿਹੜੇ ਹੈਗੇ ਨੇ ਉਹ ਕੰਮ ਕਰ ਰਹੇ ਨੇ, ਸੇਵਾ ਕਰ ਰਹੇ ਨੇ ਜੀ।